ਕੈਨੇਡਾ ਦੇ ਕਾਲਜਿਸ ਅਤੇ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈ ਕੇ ਕੈਨੇਡਾ ਆਉਣ ਵਾਲੇ 50,000 ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਕਦੇ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਪੈਰ ਤੱਕ ਨਹੀਂ ਰੱਖਿਆ ਗਿਆ। ਹਾਲ ਹੀ ਵਿੱਚ ਗਲੋਬ ਐਂਡ ਮੇਲ ਦੇ ਵੱਲੋਂ ਕੁਝ ਨੰਬਰਸ ਸ਼ੇਅਰ ਕੀਤੇ ਗਏ ਨੇ, ਜਿਨ੍ਹਾਂ ਦੇ ਅਨੁਸਾਰ 50,000 ਦੇ ਕਰੀਬ ਇਹਨਾਂ ਫੋਰਨ ਸਟੂਡੈਂਟਸ ਨੂੰ ਕੈਨੇਡਾ ਆਉਣ ਦੇ ਬਾਵਜੂਦ ਨੋ ਸ਼ੋ ਰਿਪੋਰਟ ਕੀਤਾ ਗਿਆ ਹੈ। ਯਾਨੀ ਕਿ ਇਹ ਕੈਨੇਡਾ ਵਿੱਚ ਦਾਖਲ ਤਾਂ ਹੋਏ, ਪਰ ਇਹ ਕਲਾਸਿਸ ਜਾਂ ਫਿਰ ਯੂਨੀਵਰਸਿਟੀਜ਼ ਦੇ ਵਿੱਚ ਕਦੇ ਗਏ ਹੀ ਨਹੀਂ। ਤੇ ਇਹਨਾਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਲਗਭਗ 20,000 ਦੇ ਕਰੀਬ ਭਾਰਤੀ ਵਿਦਿਆਰਥੀ ਕਦੇ ਕਾਲਜ ਹੀ ਨਹੀਂ ਗਏ। ਅਸਲ ਦੇ ਵਿੱਚ ਲਾਸਟ ਸਪ੍ਰਿੰਗ ਦੇ 2 ਮੰਥਸ ਦੇ ਡਾਟਾ ਦੇ ਅਨੁਸਾਰ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਰਿਕਾਰਡਸ ਇਹ ਦੱਸਦੇ ਨੇ ਕਿ ਇਸ ਸਮੇਂ ਦੌਰਾਨ ਇੰਟਰਨੈਸ਼ਨਲ ਸਟੂਡੈਂਟਸ ਦੇ ਟੋਟਲ ਨੰਬਰਸ ਚੋਂ ਲਗਭਗ 6.9% ਸਟੂਡੈਂਟਸ ਨਾਨ ਕੰਪਲਾਇੰਟ ਸਟੂਡੈਂਟਸ ਰਹੇ। ਹਰ ਯੂਨੀਵਰਸਿਟੀ ਅਤੇ ਕਾਲਜ ਨੂੰ ਸਾਲ ਦੇ ਵਿੱਚ 2 ਵਾਰ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਇਹ ਦੱਸਣਾ ਲਾਜ਼ਮੀ ਹੁੰਦਾ ਹੈ ਕਿ ਸਟੱਡੀ ਪਰਮਿਟ ਵਾਲੇ ਇੰਟਰਨੈਸ਼ਨਲ ਸਟੂਡੈਂਟ ਕੀ ਕਾਲਜ ਦੇ ਵਿੱਚ ਆ ਰਹੇ ਨੇ ਅਤੇ ਕਾਲਜ ਵਿੱਚ ਐਨਰੋਲ ਹਨ। ਇਸ ਤਹਿਤ ਮਾਰਚ ਅਤੇ ਅਪ੍ਰੈਲ 2024 ਦਾ ਜੋ ਡਾਟਾ ਇਕੱਠਾ ਕੀਤਾ ਗਿਆ, ਉਸ ਅਨੁਸਾਰ ਓਵਰਆਲ 6,44,349 ਇੰਟਰਨੈਸ਼ਨਲ ਸਟੂਡੈਂਟਸ ਕੰਪਲਾਇੰਟ ਹੋਏ। ਇਸ ਤੋਂ ਇਲਾਵਾ 49,664 ਨਾਨ ਕੰਪਲਾਇੰਟ ਰਹੇ, 23,514 नॉन रिपोर्टेड रहे। यानी कि कुल कंप्लाइंट रेट 89.8%, नॉन कंप्लाइंट रेट 6.9% ਅਤੇ नॉन रिपोर्टेड रेट 3.3% ਰਿਹਾ। ਹੁਣ ਆਉਂਦੇ ਹਾਂ ਮੁਲਕਾਂ ਦੇ ਉੱਤੇ। ਵੈਸੇ ਤਾਂ ਸਭ ਨੂੰ ਪਤਾ ਹੈ ਕਿ ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਚੋਂ ਵੱਡੀ ਗਿਣਤੀ ਵਿੱਚ 2 ਮੁਲਕਾਂ ਦੇ ਹੀ ਸਟੂਡੈਂਟਸ ਕੈਨੇਡਾ ਜ਼ਿਆਦਾ ਆਉਂਦੇ ਨੇ ਤੇ ਇਹ ਹਨ ਭਾਰਤ ਅਤੇ ਚਾਈਨਾ। ਪਰ ਇਸ ਡਾਟਾ ਵਿੱਚ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੀਨ ਭਾਰਤ ਦੇ ਨੇੜੇ ਤੇੜੇ ਵੀ ਨਹੀਂ ਹੈ। इस समय दौरान भारत तो कंप्लाइंट स्टूडेंट्स का नंबर 3,27,646 रहा, जबकि चीन का सिर्फ 62,519 रहा। भारतीय विद्यार्थियों का नॉन कंप्लाइंट नंबर 19,582 रहा, जबकि चाइना का 4,279। भारतीय विद्यार्थियों का नॉन रिपोर्टेड नंबर 12,553 रहा, जबकि चीन के स्टूडेंट्स का 466 रहा। ਜਿਸ ਨੂੰ ਹੋਰ ਆਸਾਨੀ ਨਾਲ ਸਮਝੀਏ ਤਾਂ ਰੇਸ਼ੋ ਦੇ ਅਨੁਸਾਰ ਇੰਡੀਅਨ ਸਟੂਡੈਂਟਸ ਦਾ ਕੰਪਲਾਇੰਟ ਰੇਟ 91.1% ਰਿਹਾ, ਨਾਨ ਕੰਪਲਾਇੰਟ ਰੇਟ 5.4% ਰਿਹਾ ਅਤੇ ਨਾਨ ਰਿਪੋਰਟਡ ਰੇਟ 3.5% ਰਿਹਾ। ਯਾਨੀ ਕਿ ਕੁੱਲ ਮਿਲਾ ਕੇ 8.9% ਸਟੂਡੈਂਟਸ ਕਾਲਜਾਂ ਜਾਂ ਫਿਰ ਯੂਨੀਵਰਸਿਟੀਜ਼ ਦੇ ਵਿੱਚ ਨਹੀਂ ਦਿਖੇ, ਜਦਕਿ ਚੀਨ ਦਾ ਕੰਪਲਾਇੰਟ ਰੇਟ 93% ਰਿਹਾ, ਨਾਨ ਕੰਪਲਾਇੰਟ ਰੇਟ 6.4% ਰਿਹਾ ਤੇ ਨਾਨ ਰਿਪੋਰਟਡ ਰੇਟ 0.7% ਰਿਹਾ। मतलब कि चीन ਦੇ ਲਗਭਗ 7% ਸਟੂਡੈਂਟਸ ਵਿਦਿਅਕ ਅਦਾਰਿਆਂ ਚੋਂ ਗਾਇਬ ਰਹੇ। ਇਸ ਸੂਚੀ ਵਿੱਚ ਟੌਪ 10 ਦੇ ਵਿੱਚ ਫਿਲੀਪੀਨਸ ਦਾ ਨਾਮ ਵੀ ਸ਼ਾਮਿਲ ਹੈ, ਜਿੱਥੋਂ ਇਸ ਦੌਰਾਨ 28,373 ਸਟੂਡੈਂਟਸ ਆਏ, ਜਿਨ੍ਹਾਂ ਦਾ ਕੰਪਲਾਇੰਟ ਰੇਟ ਲਗਭਗ ਭਾਰਤੀ ਸਟੂਡੈਂਟਸ ਦੇ ਨਾਲ 91.1% ਰਿਹਾ, ਯਾਨੀ ਕਿ 2.2% ਨਾਨ ਕੰਪਲਾਇੰਟ ਅਤੇ 6.7% ਨਾਨ ਰਿਪੋਰਟਡ। ਗਲੋਬ ਐਂਡ ਮੇਲ ਦੀ ਲਗਭਗ 144 ਦੇਸ਼ਾਂ ਦੀ ਇਸ 8 ਪੇजेस ਦੀ ਰਿਪੋਰਟ ਵਿੱਚ ਹਰ ਮੁਲਕ ਦੇ ਸਟੂਡੈਂਟਸ ਦੇ ਡਾਟਾ ਸ਼ੇਅਰ ਕੀਤੇ ਗਏ ਨੇ। IRCC ਫਿਗਰਸ ਦੇ ਅਕੋਰਡਿੰਗ ਕੈਨੇਡੀਅਨ ਕਾਲਜਸ ਅਤੇ ਯੂਨੀਵਰਸਿਟੀਜ਼ ਟੋਟਲ 49,676 ਇੰਟਰਨੈਸ਼ਨਲ ਸਟੂਡੈਂਟਸ ਜੋ ਕਿ ਕੈਨੇਡਾ ਵਿੱਚ ਸਟੱਡੀ ਵੀਜ਼ਾ ਤਹਿਤ ਐਨਰੋਲ ਹੋਏ ਸੀ, ਇਹ ਨਹੀਂ ਦੱਸ ਸਕੇ ਕਿ ਕੀ ਇਹ ਆਪਣੇ ਵੀਜ਼ਾ ਦੀਆਂ ਸ਼ਰਤਾਂ ਤੇ ਫੇਲ ਰਹੇ ਅਤੇ ਕਾਲਜਾਂ ਵਿੱਚ ਨਹੀਂ ਪੁੱਜੇ। ਤੇ ਇਸੇ ਤਰ੍ਹਾਂ ਨਾਲ ਐਡੀਸ਼ਨਲ ਟੂ ਦੈਟ ਕਾਲਜਸ ਐਂਡ ਯੂਨੀਵਰਸਿਟੀਜ਼ ਫਰਦਰ ਇਸ ਦੇ ਬਾਰੇ ਵਿੱਚ ਰਿਪੋਰਟ ਦੇਣ ਵਿੱਚ ਅਸਫਲ ਰਹੇ ਕਿ ਉਹਨਾਂ ਦਾ ਸਟੇਟਸ ਕੀ ਹੈ, ਯਾਨੀ ਕਿ 3.3% ਦਾ। ਇਨ੍ਹਾਂ ਮੁਲਕਾਂ ਵਿੱਚ ਈਰਾਨ ਤੋਂ ਆਉਣ ਵਾਲੇ ਸਟੂਡੈਂਟਸ ਚੋਂ 11.6% ਨੋ ਸ਼ੋ ਰੇਟ ਰਿਹਾ। ਰਵਾਂਡਾ ਤੋਂ ਆਉਣ ਵਾਲੇ ਸਟੂਡੈਂਟਸ ਦਾ ਨੋ ਸ਼ੋ ਰੇਟ 48.1% ਰਿਹਾ। ਇੱਥੋਂ ਦੇ 802 ਸਟੂਡੈਂਟਸ ਕਦੇ ਕਾਲਜਾਂ ਵਿੱਚ ਗਏ ਹੀ ਨਹੀਂ। ਹੈਨਰੀ ਲੌਟਨ ਜੋ ਕਿ ਇੱਕ ਸਾਬਕਾ ਫੈਡਰਲ ਇਕਨੋਮਿਸਟ ਰਹੇ ਨੇ ਅਤੇ ਨਾਲ ਹੀ ਇਮੀਗ੍ਰੇਸ਼ਨ ਐਕਸਪਰਟ ਵੀ ਨੇ, ਉਹਨਾਂ ਦੇ ਅਨੁਸਾਰ ਇਹ ਪਹਿਲੀ ਵਾਰ ਹੈ ਕਿ IRCC ਦੇ ਕੋਲ ਡੈਫੀਨੇਟਿਵ ਡਾਟਾ ਹੈ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਇੰਨੀ ਗਿਣਤੀ ਵਿੱਚ ਇਹ ਸਟੱਡੀ ਵੀਜ਼ਾ ਹੋਲਡਰਸ ਆਖਿਰ ਗਏ ਕਿੱਥੇ। ਹਾਲਾਂਕਿ ਨੰਬਰਸ ਦੇ ਅਨੁਸਾਰ ਭਾਰਤ ਇੰਟਰਨੈਸ਼ਨਲ ਸਟੂਡੈਂਟਸ ਦਾ ਇਸ ਵੇਲੇ ਕੈਨੇਡਾ ਲਈ ਸਭ ਤੋਂ ਵੱਡਾ ਸਰੋਤ ਰਿਹਾ, ਪਰ ਇੰਡੀਅਨ ਲਾਅ ਇਨਫੋਰਸਮੈਂਟ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਉਹ ਕੈਨੇਡਾ ਅਮਰੀਕਾ ਸਰਹੱਦ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਲਿਜਾਉਣ ਵਿੱਚ ਕਥਿਤ ਤੌਰ ਤੇ ਸ਼ਾਮਿਲ ਹੋਣ ਵਾਲੇ ਇੰਟਰਨੈਸ਼ਨਲ ਵਿਦਿਆਰਥੀਆਂ ਅਤੇ ਭਾਰਤ ਦੀਆਂ 2 ਇਕਾਈਆਂ ਯਾਨੀ ਕਿ ਐਂਟਾਈਟੀਜ਼ ਦੇ ਵਿੱਚ ਕੈਨੇਡਾ ਦੇ ਦਰਸ਼ਨਾ ਕਾਲਜ ਵਿਚਕਾਰ ਕਥਿਤ ਸੰਬੰਧਾਂ ਦੀ ਜਾਂਚ ਕਰ ਰਹੇ ਨੇ। ਕੈਨੇਡਾ ਵਿੱਚ ਪੜ੍ਹਨ ਦੀ ਬਜਾਏ ਇਹ ਵਿਦਿਆਰਥੀ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਕ੍ਰਾਸ ਕਰਕੇ ਅਮਰੀਕਾ ਵਿੱਚ ਦਾਖਲ ਹੋਏ। RCMP ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਜਾਂਚਾਂ ਦੇ ਬਾਰੇ ਵਾਧੂ ਜਾਣਕਾਰੀ ਲੈਣ ਲਈ ਆਪਣੇ ਅੰਤਰਰਾਸ਼ਟਰੀ ਪੁਲਿਸਿੰਗ ਸੰਪਰਕ ਆਫੀਸਰਸ ਦੇ ਰਾਹੀਂ ਭਾਰਤ ਤੱਕ ਪਹੁੰਚ ਕੀਤੀ ਹੈ। ਦੱਸ ਦਈਏ ਕਿ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਸਟੱਡੀ ਵੀਜ਼ਾ ਪ੍ਰੋਗਰਾਮ ਅਬਿਊਜ਼ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਨਵੰਬਰ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਨਿਯਮਾਂ ਨੂੰ ਸਖਤ ਕੀਤਾ ਸੀ।
ਜਿਹੜੇ ਕਾਲਜ ਅਤੇ ਯੂਨੀਵਰਸਿਟੀਜ਼ ਕੰਪਲਾਈਂਸ ਰਿਪੋਰਟ ਸਬਮਿਟ ਕਰਨ ਵਿੱਚ ਅਸਫਲ ਰਹਿੰਦੇ ਨੇ ਉਹਨਾਂ ਨੂੰ ਹੁਣ 1 ਸਾਲ ਤੱਕ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਵੀਕਾਰ ਕਰਨ ਤੋਂ ਸਸਪੈਂਡ ਕੀਤਾ ਜਾ ਸਕਦਾ ਹੈ। IRCC ਉਹਨਾਂ ਵਿਦਿਆਰਥੀਆਂ ਦੀ ਹੋਰ ਜਾਂਚ ਕਰਦਾ ਹੈ ਜੋ ਉਹਨਾਂ ਦੇ ਸਟੱਡੀ ਪਰਮਿਟਸ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦੇ ਦਿਖਾਈ ਦਿੰਦੇ, ਜੋ ਉਹਨਾਂ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਕੈਨੇਡੀਅਨ ਕਾਲਜਸ ਜਾਂ ਫਿਰ ਯੂਨੀਵਰਸਿਟੀਜ਼ ਦੇ ਵਿੱਚ ਐਕਸੈਪਟ ਕੀਤਾ ਗਿਆ ਹੋਵੇ। ਬਿਊਰੋ ਰਿਪੋਰਟ, ਰੈਡ FM।